बंद गली वाला मकान। कहानीकार इलियास घुमन। लाहौर शहर विचों निकल के कार रावी दे पुल उत्ते चढ़ी तां ਉਹਦੇ ਵਿੱਚ ਬੈਠੀਆਂ ਸਵਾਰੀਆਂ ਦੇ ਰੰਗ ਪੀਲੇ ਪੈ ਗਏ। ਡਰਾਈਵਰ ਵਾਲੀ ਗੱਡੀ ਉੱਤੇ ਬੈਠੇ ਮੇਰੇ ਵੱਡੇ ਭਰਾ ਨੇ ਆਪਣੇ ਡੋਲ ਦੇ ਵਜੂਦ ਨੂੰ ਛੰਡਿਆ ਤੇ ਅਗਲੇ ਸ਼ੀਸ਼ੇ ਵਿੱਚੋਂ ਸਾਹਮਣੇ ਵੇਖਦੇ ਹੋਏ ਹੌਲੀ ਜਿਹੀ ਬੋਲਿਆ, ਤੇਰੀ ਇਹ ਹਰਕਤ ਸਾਰਿਆਂ ਨੂੰ ਫਸਵਾ ਨਾ ਦੇ। ਮੈਂ ਭਾਜੀ ਦੇ ਨਾਲ ਵਾਲੀ ਸੀਟ ਉੱਤੇ ਬੈਠਾ ਸਾਂ। ਇਹ ਗੱਲ ਸੁਣ ਕੇ ਮੇਰੇ ਕੋਲੋਂ ਕੋਈ ਜਵਾਬ ਨਾ ਬਣ ਸਕਿਆ। ਮੇਰਾ ਪੂਰਾ ਗੋਹ ਤਾਂ ਪਿਛਲਿਆਂ ਵੱਲ ਸੀ। ਭਾਵੇਂ ਇਸ ਗੱਲ ਦੀ ਸਮਝ ਨਾ ਆਈ ਹੋਵੇ, ਪਰ ਉਹਨਾਂ ਭਾਜੀ ਦੇ ਲਹਿਜੇ ਵਿੱਚ ਮੌਜੂਦ ਭੈ ਨੂੰ ਜ਼ਰੂਰ ਮਹਿਸੂਸ ਕਰ ਲਿਆ ਹੋਵੇਗਾ। ਪੁਲ ਦੇ ਪਰਲੇ ਪਾਸੇ ਸਾਰੀਆਂ ਗੱਡੀਆਂ ਨੂੰ ਡੱਕ ਕੇ ਪੜਚੋਲ ਕਰਦਿਆਂ ਪੁਲਿਸ ਟੋਲੀਆਂ ਸਾਨੂੰ ਦੂਰੋਂ ਹੀ ਦਿਸ ਪਈਆਂ। ਸਾਡੀ ਕਾਰ ਵੀ ਉੱਥੇ ਪੁੱਜ ਕੇ ਹੌਲੀ ਹੋਈ ਤਾਂ ਅਗਲੇ ਪਾਸਿਓਂ ਇੱਕ ਪੁਲਸੀਆ ਬੜੀ ਕਾਹਲ ਨਾਲ ਇੱਧਰ ਆਇਆ। ਸਾਡੇ ਸਾਰਿਆਂ ਦੇ ਤੇ ਜਿਵੇਂ ਸਾਹ ਹੀ ਰੁਕ ਗਏ ਹੋਣ। ਸੰਤਰੀ ਨੇ ਪਹਿਲਾਂ ਸਾਡੇ ਦੋਹਾਂ ਭਰਾਵਾਂ ਦੇ ਚਿਹਰੇ ਵਾਰੀ ਵੇਖੇ, ਫੇਰ ਪੈਰਾਂ ਵਿੱਚ ਰੱਖੀਆਂ ਸ਼ੈਵਾਂ ਵੱਲ ਝਾਤੀ ਮਾਰੀ ਤੇ ਫੇਰ ਉਹ ਕਾਰ ਦੀ ਪਿਛਲੀ ਸੀਟ ਵੱਲ ਹੋਇਆ। ਪਰ ਅਚਣਚੇਤ ਇੱਕ ਝਟਕੇ ਨਾਲ ਉਹਨੇ ਆਪਣਾ ਸਿਰ ਪਿਛਾਂ ਖਿੱਚਿਆ ਤੇ ਸਾਨੂੰ ਛੱਡ ਕੇ ਪਿੱਛੇ ਆ ਖਲੋਤੀ ਵੈਗਨ ਵੱਲ ਟੁਰ ਪਿਆ। ਪੁਲ ਤੋਂ ਕੁਛ ਅੱਗੇ ਜਾ ਕੇ ਡਾਢੀ ਔਖ ਨਾਲ ਡੱਕੇ ਹੋਏ ਸਾਡੇ ਹਾਸੇ ਫੁੱਟ ਪਏ। ਹੱਸਦਿਆਂ ਮੈਂ ਪਿੱਛੇ ਧਿਆਨ ਮਾਰਿਆ। ਗਲ ਵਿੱਚ ਪਾਏ ਸਬਜ਼ ਚੋਲੇ, ਸਿਰ ਤੇ ਸਜਾਈ ਲੰਮੀ ਸਫੈਦ ਟੋਪੀ ਤੇ ਛਾਤੀ ਤੀਕ ਲਮਕਦੀ ਦੁੱਧ ਚਿੱਟੀ ਦਾੜੀ ਵਾਲੀ ਇਹ ਹਸਤੀ ਕਿਸੇ ਵੱਡੀ ਮੁਸੀਬਤ ਦਾ ਇਮਾਮ ਹੀ ਹੋ ਸਕਦਾ ਸੀ। ਅਜੇ ਤੀਕ ਆਪਣੀਆਂ ਉਂਗਲਾਂ ਨਾਲ ਦਬਾ ਦਬ ਤਸਬੀਹ ਦੇ ਮਣਕੇ ਰੋਲੀ ਜਾਵਣ ਵਾਲਾ ਉਹ ਬੰਦਾ ਚਾਚਾ ਹਰਦਿਆਲ ਸਿੰਘ ਸੀ ਤੇ ਉਹਦੇ ਨਾਲ ਪਰਦੇਦਾਰ ਬੀਬੀਆਂ ਵਾਂਗ ਨੱਕ ਤੀਕ ਚੁੰਨੀ ਨਾਲ ਆਪਣਾ ਮੂੰਹ ਲੁਕਾਈ ਬੈਠੀ ਉਹਦੀ ਧੀ ਮਨਪ੍ਰੀਤ ਕੌਰ ਸੀ। ਇਹਨਾਂ ਪਿਓ ਧੀ ਨਾਲ ਸਾਡਾ ਮੇਲ ਬਸ ਐਵੇਂ ਹੀ ਹੋ ਗਿਆ ਸੀ। ਇਹ ਦੋਵੇਂ ਵਿਸਾਖੀ ਦੇ ਦਿਨਾਂ ਵਿੱਚ ਭਾਰਤੀ ਜੱਥੇ ਦੇ ਨਾਲ ਪਾਕਿਸਤਾਨ ਆਏ ਸਨ। ਮਨਪ੍ਰੀਤ ਕੌਰ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਪੜ੍ਹਦੀ ਸੀ। ਜਦ ਇਹ ਜੱਥਾ ਲਾਹੌਰ ਪੁੱਜਾ ਤੇ ਪੰਜਾਬ ਦੇ ਬਹੁਤ ਹੀ ਪੁਰਾਣੇ ਤੇ ਵੱਡੇ ਹਸਪਤਾਲ ਨੂੰ ਵੇਖਣ ਲਈ ਉਹਦਾ ਮਨ ਕਰ ਆਇਆ। ਮਿਓ ਹਸਪਤਾਲ ਵਿੱਚ ਫਿਰਦਿਆਂ ਹੀ ਇੱਕ ਵਾਰਡ ਦੇ ਸਾਹਮਣੇ ਲਿਖੇ ਡਾਕਟਰਾਂ ਦੇ ਨਾਮਾਂ ਵਿੱਚ ਮਨਪ੍ਰੀਤ ਕੌਰ ਨੂੰ ਇੱਕ ਡਾਕਟਰ ਦੇ ਨਾਂ ਨਾਲ ਘੁੰਮਣ ਲਿਖਿਆ ਦਿਸਿਆ ਤੇ ਉਹ ਬਹੁਤ ਹੈਰਾਨ ਹੋਈ, ਇਸ ਲਈ ਕਿ ਉਹਦਾ ਆਪਣਾ ਸੰਬੰਧ ਵੀ ਇਸੇ ਬਰਾਦਰੀ ਨਾਲ ਹੀ ਸੀ। ਉਹਦੇ ਬਾਪ ਨੇ ਉਹਨੂੰ ਸਮਝਾਇਆ ਕਿ ਮੁਸਲਮਾਨਾਂ ਵਿੱਚ ਵੀ ਇਹ ਗੋਤ ਹੈਗੀ ਏ, ਸਗੋਂ ਇਸ ਟਾਬਰੀ ਦੀ ਜੱਦੀ ਜੂਹ ਤਾਂ ਇੱਧਰ ਹੀ ਏ। ਵਾਰਡ ਵਿੱਚ ਜਾ ਕੇ ਇਹ ਪਿਓ ਧੀ ਉਸ ਡਾਕਟਰ ਨੂੰ ਮਿਲੇ ਤਾਂ ਉਹਨੇ ਇਹਨਾਂ ਨੂੰ ਪੂਰੇ ਹਸਪਤਾਲ ਦਾ ਗੇੜਾ ਵੀ ਲਵਾਇਆ ਤੇ ਬਾਅਦ ਵਿੱਚ ਪੁੱਜਦੀ ਸਰਦੀ ਸੇਵਾ ਵੀ ਕੀਤੀ। ਉਹ ਡਾਕਟਰ ਮੇਰਾ ਵੱਡਾ ਭਰਾ ਸੀ। ਬਾਅਦ ਵਿੱਚ ਭਾਜੀ ਰਾਹੀਂ ਮੈਂ ਇਹਨਾਂ ਦੋਹਾਂ ਨੂੰ ਮਿਲਿਆ। ਲਾਹੌਰ ਦੀ ਸੈਰ ਕਰਕੇ ਮਨਪ੍ਰੀਤ ਕੌਰ ਤਾਂ ਖੁਸ਼ ਹੋ ਗਈ ਸੀ, ਪਰ ਗੱਲਾਂ ਵਿੱਚ ਮੈਨੂੰ ਪਤਾ ਲੱਗਾ ਕਿ ਵਡੇਰੀ ਉਮਰ ਵਾਲਾ ਹਰਦਿਆਲ ਸਿੰਘ ਵੀ ਆਪਣੇ ਮਨ ਵਿੱਚ ਇੱਕ ਪੁਰਾਣੀ ਰੀਝ ਲੁਕਾਈ ਫਿਰਦਾ ਹੈ। ਉਹ ਇੱਧਰ ਦਾ ਹੀ ਜੰਮਪਲ ਸੀ ਤੇ ਸਿਆਲਕੋਟ ਜ਼ਿਲ੍ਹੇ ਵਿੱਚ ਪੈਂਦੇ ਇੱਕ ਪਿੰਡ ਰਾਜਗੜ੍ਹ ਨੂੰ ਵੇਖਣਾ ਚਾਹੁੰਦਾ ਸੀ। ਇਹ ਪਿੰਡ ਹੀ ਉਹਦੀ ਤੇ ਉਹਦੇ ਵੱਡ ਵਡੇਰਿਆਂ ਦੀ ਜੰਮਣ ਭੌਂ ਸੀ। ਚਾਚੇ ਹਰਦਿਆਲ ਸਿੰਘ ਦੀ ਇਹ ਖਾਹਿਸ਼ ਪੂਰੀ ਕਰਨ ਲਈ ਭਾਜੀ ਤੇ ਮੈਂ ਪੂਰਾ ਵਾਹ ਲਾਇਆ, ਪਰ ਇਸ ਕੰਮ ਲਈ ਅਸੀਂ ਸਰਕਾਰ ਕੋਲੋਂ ਇਜਾਜ਼ਤ ਨਾ ਲੈ ਸਕੇ। ਦੂਜੇ ਪਾਸੇ ਪਾਕਿਸਤਾਨ ਆ ਕੇ ਵੀ ਆਪਣਾ ਪਿੰਡ ਵੇਖਣ ਦਾ ਕੋਈ ਰਾਹ ਨਾ ਲੱਭਦਾ ਵੇਖ ਕੇ ਹਰਦਿਆਲ ਸਿੰਘ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਸੀ। ਉਹ ਹੁਣ ਹੌਕੇ ਭਰ ਆਖਦਾ, ਦਮ ਦਾ ਪਰਵਾਸਾ ਕੋਈ ਨਹੀਂ। ਹੋ ਸਕਦਾ ਹੈ ਪਾਕਿਸਤਾਨ ਵੱਲ ਇਹ ਮੇਰਾ ਪਹਿਲਾ ਤੇ ਅਖੀਰੀ ਫੇਰਾ ਹੋਵੇ। ਜਿਉਂ ਜਾਣਦੇ ਹੋ ਮੈਨੂੰ ਮੇਰਾ ਪਿੰਡ ਵਿਖਾ ਦਿਓ। ਚਾਚੇ ਹਰਦਿਆਲ ਸਿੰਘ ਦੀ ਪਰੇਸ਼ਾਨੀ ਵੇਖ ਕੇ ਮੈਨੂੰ ਚੁੱਪ ਜਿਹੀ ਲੱਗ ਗਈ। ਭਾਜੀ ਮੈਨੂੰ ਵੇਖ ਕੇ ਹੱਸਦੇ ਹੋਏ ਬੋਲੇ, ਜਦੋਂ ਵੀ ਤੈਨੂੰ ਚੁੱਪ ਲੱਗਦੀ ਏ ਤੂੰ ਜ਼ਰੂਰ ਉਸ ਮਸਲੇ ਦਾ ਹੱਲ ਕੱਢ ਲੈਣਾ। ਪਰ ਉਸ ਔਕੜ ਨੂੰ ਨਿਬੇੜਨਾ ਕੋਈ ਸੌਖਾ ਨਹੀਂ ਸੀ। ਉਹ ਮਾਰਸ਼ੱਲਾ ਦਾ ਜ਼ਮਾਨਾ ਸੀ। ਜੱਥੇ ਨਾਲ ਆਏ ਯਾਤਰੀਆਂ ਨੂੰ ਆਪਣੀ ਯਾਤਰਾ ਵਾਲੇ ਸ਼ਹਿਰ ਤੋਂ ਬਾਹਰ ਜਾਵਣ ਤੋਂ ਕੜੜੇ ਹੱਥਾਂ ਨਾਲ ਰੋਕਿਆ ਜਾਂਦਾ ਸੀ। ਫਿਰ ਉਹਨਾਂ ਦਿਨਾਂ ਵਿੱਚ ਤਾਂ ਕੁਝ ਅਜਿਹੀਆਂ
ਵਾਪਰਤਾਵਾਂ ਵਾਪਰੀਆਂ ਸਨ ਕਿ ਇਹ ਸਖਤੀ ਕੁਝ ਵਧੇਰੇ ਹੀ ਹੋ ਗਈ ਸੀ। ਕਿਧਰੇ ਕੋਈ ਪੇਸ਼ ਨਾ ਜਾਂਦੀ ਜਾਣ ਕੇ ਮੈਂ ਹੀ ਚਾਚੇ ਹਰਦਿਆਲ ਸਿੰਘ ਨੂੰ ਮੌਲਵੀ ਦਾ ਸਵਾਂਗ ਭਰਨ ਦੀ ਸਲਾਹ ਦਿੱਤੀ ਸੀ। ਇਸ ਕੰਮ ਲਈ ਸਾਰੀਆਂ ਲੋੜੀਂਦੀਆਂ ਸ਼ੈਵਾਂ ਮੈਨੂੰ ਦਾਤਾ ਦੇ ਦਰਬਾਰ ਨਾਲ ਲੱਗਦੀ ਗਲੀ ਬਾਜ਼ਾਰਾਂ ਵਿੱਚੋਂ ਲੱਭ ਗਈਆਂ ਸਨ। ਉਸ ਦਿਨ ਸਵੇਰੇ ਉੱਠ ਕੇ ਚਾਚੇ ਹਰਦਿਆਲ ਸਿੰਘ ਰੋਜ਼ ਵਾਂਗੂ ਆਪਣੀ ਦਾੜੀ ਉੱਤੇ ਨਾ ਤੇ ਜਾਲੀ ਚਾੜੀ ਸੀ ਤੇ ਨਾ ਹੀ ਇਸ ਉਹਦੇ ਵਾਲਾਂ ਨੂੰ ਕਾਬੂ ਕਰਨ ਲਈ ਕੋਈ ਹੋਰ ਤਰੀਕਾ ਵਰਤਿਆ ਸੀ। ਸਗੋਂ ਨਹਾਉਣ ਧੋਣ ਮਗਰੋਂ ਉਹ ਕੰਘੀ ਫੇਰ ਕੇ ਆਪਣੀ ਬੱਗੀ ਦਾੜੀ ਨੂੰ ਮੌਲਵੀਆਂ ਵਰਗੀ ਬਣਾਉਂਦਾ ਰਿਹਾ ਸੀ। ਫਿਰ ਉਸ ਬਾਣੇ ਵਿੱਚ ਆ ਕੇ ਤੇ ਬੁੱਢੇ ਸਿੰਘ ਦੇ ਮੁਖ ਉੱਤੇ ਅਜਬ ਜਿਹਾ ਨੂਰ ਵਸਦਾ ਦਿਸਣ ਲੱਗ ਪਿਆ ਸੀ। ਭਾਜੀ ਉਹਨੂੰ ਵੇਖ ਕੇ ਹੈਰਾਨ ਹੋਏ, ਬੋਲੇ, ਚਾਚਾ ਜੀ, ਹੁਣ ਭਾਵੇਂ ਤੁਸੀਂ ਕਿਸੇ ਮਸੀਤ ਵਿੱਚ ਜਾ ਕੇ ਜੁਮੇ ਦਾ ਖੁਤਬਾ ਦੇ ਆਓ, ਕੋਈ ਨਹੀਂ ਤੁਹਾਨੂੰ ਰੋਕੇਗਾ। ਉਹਨਾਂ ਦਿਨਾਂ ਵਿੱਚ ਮੌਲਵੀਆਂ ਦੀਆਂ ਟੌਰਾਂ ਅੱਜ ਤੋਂ ਵਧੇਰੀਆਂ ਸਨ। ਫੌਜੀ ਜਰਨੈਲ ਆਪਣੀ ਸਰਕਾਰ ਦੀ ਪਿੜਾਈ ਲਈ ਮਜ਼ਹਬ ਤੇ ਮਜ਼ਹਬੀ ਆਗੂਆਂ ਨੂੰ ਬੜੀ ਸਿਆਣਪ ਨਾਲ ਵਰਤ ਰਿਹਾ ਸੀ। ਕੋਈ ਨੂਰਾਨੀ ਚਿਹਰਾ ਮਜਲਿਸ ਸ਼ੂਰਾ ਵਿੱਚ ਦਿਸਦਾ ਸੀ ਤੇ ਕਈ ਦੀਨ ਦੇ ਥੰਮ ਜ਼ਕਵਾਤ ਤੇ ਉਸ਼ਰ ਕਮੇਟੀਆਂ ਦੇ ਚੇਅਰਮੈਨ ਬਣੇ ਫਿਰਦੇ ਸਨ। ਸਰਕਾਰੀ ਮਹਿਕਮਿਆਂ ਦੇ ਕਰਿੰਦੇ ਤੇ ਅੱਗੇ ਹੀ ਲੰਮੀਆਂ ਦਾੜੀਆਂ ਵਾਲਿਆਂ ਦੀ ਦੀਦ ਕਰਦੇ ਸਨ। ਫੇਰ ਤਾਂ ਉਹ ਉਂਝ ਹੀ ਉਹਨਾਂ ਕੋਲੋਂ ਖੰਭ ਖਾਣ ਲੱਗ ਪਏ ਸਨ। ਰਾਵੀ ਦੇ ਪੁਲ ਵਾਲਾ ਪੁਲਸੀਆ ਵੀ ਚਾਚੇ ਹਰਦਿਆਲ ਸਿੰਘ ਨੂੰ ਕੋਈ ਜਾਬਰ ਕਿਸਮ ਦਾ ਮੁੱਲਾ ਸਮਝ ਕੇ ਬਿਨਾਂ ਹੋਰ ਪੜਚੋਲ ਕੀਤਿਆਂ ਪਿਛਾਂ ਹਟ ਗਿਆ ਸੀ। ਰਾਵੀ ਦੇ ਪੁਲ ਤੋਂ ਅਗਾਂਹ ਬੰਦ ਨਿਬੇੜਦਿਆਂ ਕੋਈ 2 ਘੰਟੇ ਲੱਗ ਗਏ, ਪਰ ਇਸ ਵਿਚਕਾਰ ਕਿਸੇ ਨੇ ਵੀ ਸਾਡਾ ਰਾਹ ਨਾ ਰੋਕਿਆ। ਪਿੰਡ ਰਾਜਗੜ੍ਹ ਅਸਾਂ ਦੋਵਾਂ ਭਰਾਵਾਂ ਪਹਿਲੀ ਵਾਰ ਵੇਖਿਆ ਸੀ। ਸਾਨੂੰ ਸਿਆਣਨ ਵਾਲਾ ਵੀ ਉੱਥੇ ਕੋਈ ਨਹੀਂ ਸੀ। ਸਗੋਂ ਜਦ ਅਸੀਂ ਪਿੰਡ ਪੁੱਜੇ ਤਾਂ ਉੱਥੇ ਦੇ ਵਸਨੀਕ ਸਾਨੂੰ ਵੀ ਇਸ ਕਾਰ ਤੋਂ ਲੱਥੇ ਬੁੱਢੇ ਮੌਲਵੀ ਦੇ ਟੱਬਰ ਵਿੱਚੋਂ ਹੀ ਸਮਝੇ ਹੋਣਗੇ। ਇੱਕ ਮੌਲਵੀ ਨੂੰ ਆਪਣੇ ਖਾਨਦਾਨ ਸਣੇ ਰਾਜਗੜ੍ਹ ਵਿੱਚ ਵੜਦਿਆਂ ਵੇਖ ਕੇ ਉਹਨਾਂ ਸਾਡੇ ਵੱਲ ਕੋਈ ਬਹੁਤਾ ਗੋਹ ਨਾ ਕੀਤਾ। ਪਰ ਜਦ ਕਿਸੇ ਦੇ ਘਰ ਜਾਵਣ ਦੀ ਥਾਂ ਅਸੀਂ ਲੋਕ ਵਾਹਵਾ ਚਿਰ ਤੱਕ ਪਿੰਡ ਦੀਆਂ ਗਲੀਆਂ ਵਿੱਚ ਹੀ ਲੂਰ ਫਿਰਦੇ ਰਹੇ ਤੇ ਵੇਖਣ ਵਾਲੀਆਂ ਅੱਖਾਂ ਵਿੱਚ ਸਾਨੂੰ ਕੁਝ ਹੈਰਾਨੀ ਪੈਦਾ ਹੁੰਦੀ ਹੋਈ ਨਜ਼ਰ ਆਉਣ ਲੱਗ ਪਈ। ਚਾਚਾ ਹਰਦਿਆਲ ਸਿੰਘ ਜਿੰਨੇ ਚਾਅ ਨਾਲ ਰਾਜਗੜ੍ਹ ਆਇਆ ਸੀ, ਆਪਣੇ ਜੱਦੀ ਘਰ ਨਾ ਲੱਭਣ ਮਗਰੋਂ ਉਦੋਂ ਵੱਧ ਨਿਰਾਸ਼ ਹੋਇਆ ਦਿਸਦਾ ਸੀ। ਕਈ ਵਾਰ ਮੂੰਹ ਵਿੱਚ ਉਹ ਆਖ ਚੁੱਕਿਆ ਸੀ, ਇਹ ਕਿੰਜ ਹੋਇਆ ਹੈ ਕਿ ਮੈਨੂੰ ਆਪਣੇ ਘਰ ਦਾ ਰਾਹ ਹੀ ਨਹੀਂ ਪਿਆ ਲੱਭਦਾ। ਰਾਜਗੜ੍ਹ ਦੀਆਂ ਗਲੀਆਂ ਵਿੱਚ ਫਿਰਦਿਆਂ ਚਾਚੇ ਨੇ ਸਾਨੂੰ ਇਹ ਵੀ ਦੱਸਿਆ ਕਿ ਪਿੰਡ ਦੇ ਜਿਸ ਮੁਹੱਲੇ ਵਿੱਚ ਉਹਨਾਂ ਦਾ ਘਰ ਹੁੰਦਾ ਸੀ, ਉਹ ਸਾਰਾ ਮੁਹੱਲਾ ਹੀ ਓਪਰਾ ਪਿਆ ਲੱਗਦਾ ਹੈ। ਫਿਰ ਉਹ ਆਪਣੇ ਆਪ ਨੂੰ ਉਡਾਮਾ ਦਿੰਦਾ ਬੋਲਿਆ, ਭਾਵੇਂ ਇਸ ਬਸਤੀ ਦਾ ਪੂਰਾ ਨਕਸ਼ਾ ਹੀ ਬਦਲ ਗਿਆ ਹੈ, ਪਰ ਫਿਰ ਵੀ ਮੈਨੂੰ ਆਪਣੇ ਘਰ ਦੀ ਸੁਝਾਣ ਤੇ ਹੋਣੀ ਚਾਹੀਦੀ ਸੀ। ਖੌਰੇ ਇਸ ਗੱਲੋਂ ਹੀ ਸ਼ਰਮਸਾਰ ਹੋਇਆ ਚਾਚਾ ਹਰਦਿਆਲ ਸਿੰਘ ਹੁਣ ਸਾਡੇ ਸਾਰਿਆਂ ਨਾਲ ਤੇ ਖਾਸ ਕਰਕੇ ਆਪਣੀ ਧੀ ਨਾਲ ਅੱਖ ਮਿਲਾਵਣ ਤੋਂ ਵੀ ਲਾਭ ਕਰ ਰਿਹਾ ਸੀ। ਉਹਦੇ ਮੌਲਵੀ ਵਾਲੇ ਸਵਾਂਗ ਦਾ ਭਾਂਡਾ ਭੱਜਣ ਦੇ ਡਰ ਤੋਂ ਅਸੀਂ ਪਿੰਡ ਦੇ ਵਸਨੀਕਾਂ ਤੋਂ ਖੁੱਲ੍ਹ ਕੇ ਕੁਝ ਪੁੱਛਣ ਜੋਗੇ ਵੀ ਨਹੀਂ ਸਾਂ। ਇਹ ਅਖੀਰੀ ਫੇਰਾ ਹੈ। ਐਤਕੀ ਵੀ ਮੈਨੂੰ ਮੇਰਾ ਘਰ ਨਾ ਲੱਭਾ ਤੇ ਫੇਰ ਪਰਤ ਜਾਵਾਂਗੇ। ਮੈਂ ਸਮਝਾਂਗਾ ਉਹਨੂੰ ਮੁੜ ਵੇਖਣਾ ਮੇਰੇ ਭਾਗਾਂ ਵਿੱਚ ਹੀ ਨਹੀਂ ਸੀ। ਇਸ ਵਾਰ ਫੇਰ ਵਿਚਕਾਰਲੇ ਮੁਹੱਲੇ ਦੀਆਂ ਗਲੀਆਂ ਵਿੱਚ ਵੜਦਾ ਹੋਇਆ ਚਾਚਾ ਹਰਦਿਆਲ ਸਿੰਘ ਬੋਲਿਆ। ਅਸੀਂ ਸਾਰੇ ਵੀ ਪੈਰ ਘਸੀਟਦੇ ਹੋਏ ਉਹਦੇ ਪਿੱਛੇ ਟੁਰ ਪਏ। ਹੁਣ ਅਸੀਂ ਜਿਸ ਗਲੀ ਵਿੱਚ ਜਾ ਰਹੇ ਸਾਂ, ਉਹ ਅੱਗੋਂ ਬੰਦ ਸੀ। ਪਹਿਲਾਂ ਵੀ ਅਸੀਂ ਕਈ ਵਾਰ ਹਰਦਿਆਲ ਸਿੰਘ ਦੇ ਨਾਲ ਇਹਦੇ ਵਿੱਚ ਆ ਕੇ ਅੱਧ ਵਿੱਚੋਂ ਹੀ ਪਿਛਾਂ ਪਰਤ ਗਏ ਸਾਂ। ਸਾਨੂੰ ਪੱਕ ਸੀ ਸਾਹਮਣੇ ਬੰਦ ਨਜ਼ਰ ਆਉਂਦੀ ਇਸ ਗਲੀ ਵਿੱਚ ਅੱਗੇ ਜਾਣ ਵਿੱਚ ਕੋਈ ਲੱਭਤ ਨਹੀਂ ਹੋਵੇਗੀ। ਇਸ ਵਾਰ ਅਸੀਂ ਪਿਛਾਂ ਪਰਤਣ ਲੱਗੇ ਤੇ ਚਾਚਾ ਹਰਦਿਆਲ ਸਿੰਘ ਕੁਝ ਦੇਰ ਲਈ ਰੁਕਣ ਦੀ ਸਹਿਮਤ ਕਰਕੇ ਗਲੀ ਨੂੰ ਬੰਦ ਕਰ ਰਹੀ ਕੰਧ ਵੱਲ ਟੁਰ ਪਿਆ। ਇਸ ਕੰਧ ਨਾਲੋਂ ਭੀੜਾ ਜਿਹਾ ਰਾਹ ਨਿਕਲਦਾ ਹੈ, ਤੁਸੀਂ ਉੱਥੇ ਹੀ ਠਹਿਰੋ। ਮੈਂ ਅੱਗੋਂ ਝਾਤੀ ਮਾਰ ਕੇ ਹੁਣੇ ਮੁੜਿਆ। ਬੰਦ ਗਲੀ ਦੇ ਅਖੀਰ ਤੇ ਪੁੱਜ ਕੇ ਸਾਡੇ ਵੱਲ ਮੂੰਹ ਕਰਕੇ ਚਾਚੇ ਹਰਦਿਆਲ ਸਿੰਘ ਨੇ ਹਾਕ ਲਾਈ, ਇੱਥੋਂ ਕੀ ਲੱਭਣਾ ਹੈ ਡੈਡੀ ਨੂੰ?
ਮੈਂ ਤੇ ਕਹਿੰਨੀ ਆ, ਦੂਰੋਂ ਆਉਣ ਵਾਲੀ ਕੁਰਲਾਟ ਨੇ ਮਨਪ੍ਰੀਤ ਕੌਰ ਦੀ ਇਸ ਗੱਲ ਨੂੰ ਪੂਰੇ ਨਾ ਹੋਣ ਦਿੱਤਾ। ਪਹਿਲੋਂ ਬੰਦ ਗਲੀ ਵਿੱਚ ਤੇ ਫਿਰ ਉਹਦੀ ਅਖੀਰੀ ਕੰਧ ਨਾਲੋਂ ਨਿਕਲਦੇ ਭੀੜੇ ਰਾਹ ਵਿੱਚ ਜ਼ੋਰੋ ਜ਼ੋਰ ਦੌੜਦੇ ਹੋਏ ਹਰਦਿਆਲ ਸਿੰਘ ਦੇ ਮਗਰ ਪੁੱਜਣ ਵਾਲਾ ਪਹਿਲਾ ਬੰਦਾ ਮੈਂ ਹੀ ਸਾਂ। ਪਰ ਦੂਜਿਆਂ ਵੀ ਉੱਥੇ ਆਉਣ ਵਿੱਚ ਕੋਈ ਬਹੁਤਾ ਚਿਰ ਨਾ ਲਾਇਆ। ਸਾਡੇ ਸਾਰਿਆਂ ਦੇ ਸਾਹ ਨਾਲ ਸਾਹ ਨਹੀਂ ਸਨ ਰਲਦੇ ਤੇ ਇੱਕਦਮ ਪਈ ਭਜੌੜੀ ਭਾਰੋਂ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਸਨ। ਸਾਡੇ ਸਾਹਮਣੇ ਦਾ ਨਜ਼ਾਰਾ ਵੀ ਕੋਈ ਘੱਟ ਹੋਸ਼ ਉਡਾਉਣ ਵਾਲਾ ਨਹੀਂ ਸੀ। ਚਾਚਾ ਹਰਦਿਆਲ ਸਿੰਘ ਇੱਕ ਮਕਾਨ ਦੇ ਬੂਹੇ ਨਾਲ ਲੱਗ ਕੇ ਖਲੋਤਾ ਸੀ। ਉਹ ਉਸ ਬੂਹੇ ਦੇ ਕਦੇ ਇੱਕ ਭਿੱਤ ਨੂੰ ਜੱਫਾ ਮਾਰ-ਮਾਰ ਚੁੰਮਦਾ ਸੀ ਤੇ ਕਦੇ ਦੂਜੇ ਨੂੰ। ਉਤੋਂ ਲੰਮੀ ਟੋਪੀ ਡਿੱਗ ਜਾਣ ਮਗਰੋਂ ਮੁੱਠਕ ਕੇਸਾਂ ਦਾ ਜੂੜਾ ਉਹਦੇ ਸਿਰ ਉੱਤੇ ਇੰਜ ਸਿੱਧਾ ਖਲੋਤਾ ਦਿਸਦਾ ਸੀ ਜਿਵੇਂ ਉਹ ਕਿਸੇ ਗੁਰਦੁਆਰੇ ਦਾ ਸ੍ਰੀ ਨਿਸ਼ਾਨ ਸਾਹਿਬ ਹੋਵੇ। ਉਹਦੀਆਂ ਅੱਖਾਂ ਵਿੱਚੋਂ ਜਾਰੀ ਪਾਣੀ ਦੇ ਪਾੜਛੇ ਉਹਦੀ ਬੱਗੀ ਦਾੜੀ ਨੂੰ ਭੇ ਰਹੇ ਸਨ ਤੇ ਉਹਦੇ ਮੂੰਹੋਂ ਜੋ ਦਰਦ ਭਰੇ ਹਾੜੇ ਨਿਕਲ ਰਹੇ ਸਨ, ਇਹੋ ਜਿਹੇ ਬੋਲ ਤਾਂ ਮੈਂ ਪਹਿਲਾਂ ਕਦੇ ਸੁਣੇ ਹੀ ਨਹੀਂ ਸਨ। ਮੈਨੂੰ ਮੇਰਾ ਘਰ ਲੱਭ ਗਿਆ ਜੇ ਲੋਕੋ। ਸਹੁੰ ਗੁਰੂ ਦੀ, ਮੈਂ ਇੱਥੇ ਹੀ ਜੰਮਿਆ ਸਾਂ। ਮੈਂ ਸਭ ਕੁਝ ਸੁਝਾਣ ਲਿਆ ਏ। ਇਹ ਬੂਆ ਅਸਾਂ ਚਾਂਦੀ ਤਰਖਾਣ ਕੋਲੋਂ ਬਣਵਾਇਆ ਸੀ। ਇਹਦੇ ਉੱਤੇ ਲੱਗੇ ਕੋਕੇ ਮੇਰੇ ਮਾਤਾ ਜੀ ਨੇ ਆਪਣੇ ਹੱਥੀਂ ਲਾਏ ਸਨ। ਇਹ ਕੁੰਡੀ ਮੇਰੇ ਪਿਤਾ ਜੀ ਸਿਆਲਕੋਟੋਂ ਲਿਆਏ ਸਨ। ਆਹੋ, ਚਾਚਾ ਹਰਦਿਆਲ ਸਿੰਘ ਇੱਕ ਇੱਕ ਸ਼ੈ ਨੂੰ ਹੱਥ ਲਾ ਵੇਖਦਾ ਤੇ ਉਹਨੂੰ ਸਿਆਣ ਕੇ ਆਪਣੀਆਂ ਅੱਖਾਂ ਤੇ ਬੁੱਲਾਂ ਨਾਲ ਲਾਂਦਾ ਸੀ। ਉਹ ਜ਼ਾਰੋ-ਜ਼ਾਰ ਰੋਂਦਾ ਆਪਣੇ ਆਪ ਨਾਲ ਹੀ ਇਹ ਗੱਲਾਂ ਕਰੀ ਜਾ ਰਿਹਾ ਸੀ। ਹੁਣ ਇਸ ਭੀੜੇ ਰਾਹ ਵਿੱਚ ਤੇ ਬਾਹਰ ਬੰਦ ਗਲੀ ਵਿੱਚ ਪਿੰਡ ਦੇ ਲੋਕ ਇਕੱਠੇ ਹੋਣਾ ਸ਼ੁਰੂ ਹੋ ਗਏ ਸਨ। ਪਤਾ ਨਹੀਂ ਕਿੰਜ ਪੂਰੇ ਰਾਜਗੜ੍ਹ ਵਿੱਚ ਬੜੀ ਤੇਜ਼ੀ ਨਾਲ ਇਹ ਖਬਰ ਖਿੰਡੀ ਜਾ ਰਹੀ ਸੀ ਕਿ ਇੱਕ ਵਡੇਰੀ ਉਮਰ ਦਾ ਸਿੱਖ ਇੱਕ ਪੁਰਾਣੇ ਬੂਹੇ ਨੂੰ ਗਲ ਲਾ ਕੇ ਬਹਿਣ ਪਾ ਰਿਹਾ ਹੈ। ਵੰਡ ਤੋਂ ਪਹਿਲਾਂ ਵਿਚਲੇ ਮੁਹੱਲੇ ਵਿੱਚ ਵਧੇਰੀ ਵਸੋਂ ਹਿੰਦੂਆਂ ਸਿੱਖਾਂ ਦੀ ਸੀ। ਇਹ ਗੱਲ ਪਿੰਡ ਦਾ ਇੱਕ ਵਡੇਰਾ ਵਸਨੀਕ ਸੁਣਾ ਰਿਹਾ ਸੀ। ਉਸ ਵੇਲੇ ਅਸੀਂ ਪਿੰਡ ਦੇ ਨੰਬਰਦਾਰ ਚੌਧਰੀ ਮੁਹੰਮਦ ਹੁਸੈਨ ਦੇ ਘਰ ਖੁੱਲੇ ਡੁੱਲੇ ਵਿਹੜੇ ਵਿੱਚ ਰੁੱਖਾਂ ਦੀ ਛਾਵੇਂ ਬੈਠੇ ਹੋਏ ਸਾਂ। ਪਰ ਇਹ ਵੱਡਾ ਵਿਹੜਾ ਵੀ ਉੱਥੇ ਆਈ ਖਲਕਤ ਸਾਹਵੇਂ ਸੌੜਾ ਜਾਪਦਾ ਸੀ। ਉਹ ਬੰਦਾ ਆਖ ਰਿਹਾ ਸੀ, ਫਸਾਦਾਂ ਵਿੱਚ ਇੱਥੇ ਦੇ ਲੋਕਾਂ ਬਾਹਰੋਂ ਆਇਆਂ ਧਾੜਵੀਆਂ ਨੂੰ ਇੱਕ ਵਾਰ ਤਾਂ ਰੋਕ ਦਿੱਤਾ ਸੀ, ਪਰ ਉਹ ਬਹੁਤੇ ਦਿਨਾਂ ਤੱਕ ਉਹਨਾਂ ਨੂੰ ਠੱਲ ਨਾ ਪਾ ਸਕੇ। ਫਿਰ ਲੁੱਟ ਮਾਰ ਤੇ ਜੋ ਹੋਈ ਸੋ ਹੋਈ। ਉਹਨਾਂ ਜ਼ਾਲਮਾਂ ਇਸ ਮੁਹੱਲੇ ਦੇ ਬਹੁਤੇ ਸਾਰੇ ਮਕਾਨ ਵੀ ਸਾੜ ਸੁਆਹ ਚਾ ਕੀਤੇ ਹਨ। ਇੱਥੇ ਜੋ ਘਰ ਦਿਸਦੇ ਨੇ ਉਹਨਾਂ ਵਿੱਚੋਂ ਬਹੁਤੇ ਬਾਅਦ ਵਿੱਚ ਹੀ ਬਣਾਏ ਗਏ ਸਨ। ਪਹਿਲੇ ਵਾਲੇ ਮਕਾਨਾਂ ਨੂੰ ਢਾਹ ਕੇ ਇੱਥੇ ਦੀਆਂ ਤਾਂ ਕਈ ਗਲੀਆਂ ਵੀ ਅਸਲ ਥਾਵਾਂ ਤੋਂ ਹਟ ਕੇ ਹੀ ਬਣਾਈਆਂ ਗਈਆਂ ਸਨ। ਇਸ ਲਈ ਇਸ ਵੇਲੇ ਵਿਚਲੇ ਮੁਹੱਲੇ ਦਾ ਨਜ਼ਰ ਆਉਂਦਾ ਸਾਰਾ ਵਖਾੜਾ ਇਹਦੇ ਪੁਰਾਣੇ ਰੂਪ ਤੋਂ ਬਿਲਕੁਲ ਹੀ ਵੱਖਰਾ ਹੈ। ਚਾਚੇ ਹਰਦਿਆਲ ਸਿੰਘ ਹੋਰਾਂ ਦੇ ਮਕਾਨ ਬਾਬਤ ਦੱਸਦਾ ਉਹ ਬੋਲਿਆ, ਇਹ ਮਕਾਨ ਦਾ ਕਾਫੀ ਹਿੱਸਾ ਸੜਨ ਤੋਂ ਬਚ ਗਿਆ ਸੀ ਤੇ ਬਾਅਦ ਵਿੱਚ ਉਧਰੋਂ ਮੁਹਾਜਰ ਹੋ ਕੇ ਆਏ ਦੋ ਭਰਾਵਾਂ ਇਹਨੂੰ ਅਲਾਟ ਕਰਵਾ ਲਿਆ। ਇਹਨਾਂ ਦੋਵਾਂ ਭਰਾਵਾਂ ਵਿਚਕਾਰ ਸੁਰ ਨਹੀਂ ਸੀ। ਪਹਿਲੇ ਦਿਨਾਂ ਵਿੱਚ ਹੀ ਉਹਨਾਂ ਦਾ ਝੇੜਾ ਸ਼ੁਰੂ ਹੋ ਗਿਆ, ਜਿਹੜਾ ਵੱਧਦਾ ਹੀ ਚਲਾ ਗਿਆ। ਫੇਰ ਤਾਂ ਗੱਲ ਇੱਥੋਂ ਤੱਕ ਜਾ ਪੁੱਜੀ ਕਿ ਵੱਡੇ ਭਰਾ ਨੇ ਇਸ ਮਕਾਨ ਦੇ ਪਿਛਲੇ ਛੱਤੇ ਹੋਏ ਹਿੱਸੇ ਉੱਤੇ ਮੱਲ ਮਾਰ ਲਈ ਤੇ ਮਕਾਨ ਦਾ ਬਾਹਰਲਾ ਬੂਹਾ ਵੀ ਪੁਟਾ ਕੇ ਆਪਣੇ ਪਾਸੇ ਨੂੰ ਰਾਹ ਕਢਵਾ ਕੇ ਉਹਨੂੰ ਉੱਥੇ ਲਵਾ ਲਿਆ। ਨਿੱਕਾ ਭਰਾ ਉਦੋਂ ਵੱਧ ਤਰਖਾਣ ਨਿਕਲਿਆ। ਉਹਨੇ ਲੁੱਟਮਾਰ ਵਿੱਚ ਢਹਿ ਗਏ ਕਿਸੇ ਹੋਰ ਮਕਾਨ ਦੀਆਂ ਇੱਟਾਂ ਲਿਆ ਕੇ ਇਸ ਘਰ ਦੇ ਖੁੱਲੇ ਵਿਹੜੇ ਵਿੱਚ ਕਮਰੇ ਪਵਾ ਲਏ। ਫਿਰ ਆਪਣੀ ਥਾਂ ਹੋਰ ਮੋਕਲੀ ਕਰਨ ਲਈ ਉਹਨੇ ਰਾਤੋਂ ਰਾਤ ਗਲੀ ਨੂੰ ਵੀ ਨਾਲ ਰਲਾ ਲਿਆ। ਉਦੋਂ ਹਰ ਪਾਸੇ ਖੋਹਾ ਖੋਈ ਦਾ ਦੌਰ ਚੱਲ ਰਿਹਾ ਸੀ। ਕਿਸੇ ਨੇ ਉਹਨੂੰ ਗਲੀ ਉੱਤੇ ਕਬਜ਼ਾ ਕਰਨ ਤੋਂ ਵੀ ਨਾ ਰੋਕਿਆ। ਉਹਨੇ ਆਰਾਮ ਨਾਲ ਹੀ ਗਲੀ ਦੇ ਦੂਜੇ ਪਾਸੇ ਆਪਣੇ ਮਕਾਨ ਦਾ ਬੂਹਾ ਕਢਵਾ ਲਿਆ, ਪਰ ਉਹਦੇ ਹੀ ਕੋਝੇ ਕਸਬ ਨਾਲ ਵਿਚਲੇ ਮੁਹੱਲੇ ਵਿਚਕਾਰੋਂ ਲੰਘਦਾ ਇਹ ਪੁਰਾਣਾ ਰਾਹ ਹਮੇਸ਼ ਲਈ ਬੰਦ ਗਲੀ ਦਾ ਰੂਪ ਧਾਰਨ ਕਰ ਗਿਆ।
ਰਾਜਗੜ੍ਹ ਦਾ ਉਹ ਬੁੱਢਾ ਵਸਨੀਕ ਅਜੇ ਬੋਲ ਰਿਹਾ ਸੀ, ਪਰ ਮੇਰਾ ਧਿਆਨ ਕੋਈ ਘੰਟਾ ਪਹਿਲਾਂ ਦੀਆਂ ਕਦੇ ਨਾ ਭੁੱਲਣ ਵਾਲੀਆਂ ਗੱਲਾਂ ਵੱਲ ਚਲਾ ਗਿਆ ਸੀ। ਜਦੋਂ ਅਸੀਂ ਢਾਈ ਮਾਰ-ਮਾਰ ਰੋਂਦੇ ਚਾਚੇ ਹਰਦਿਆਲ ਸਿੰਘ ਨੂੰ ਬੰਦ ਗਲੀ ਵਿੱਚੋਂ ਸਹਾਰੇ ਦੇ ਕੇ ਬਾਹਰ ਲਿਆਏ ਸਾਂ, ਉਦੋਂ ਸੂਰਜ ਸਿਖਰੇ ਪੁੱਜ ਗਿਆ ਸੀ। ਦੁਪਹਿਰ ਦਾ ਇਹ ਉਹ ਵੇਲਾ ਸੀ ਜਦ ਆਪਣੀਆਂ ਪੈਲੀਆਂ ਵੱਲ ਫੇਰਾ ਟੋਰਾ ਲਾਉਣ ਵਾਲੇ ਵਡੇਰੇ ਵਾਹੀਵਾਨ ਆਪਣੇ ਘਰਾਂ ਨੂੰ ਪਰਤ ਰਹੇ ਸਨ। ਖੇਤਾਂ ਵਿੱਚ ਕੰਮ ਕਰਨ ਵਾਲੇ ਕੁਝ ਗੱਭਰੂ ਵੀ ਰੋਟੀ ਖਾਣ ਲਈ ਪਿੰਡ ਵਿੱਚ ਵੜ ਚੁੱਕੇ ਸਨ ਤੇ ਕੁਝ ਪੱਤੇ ਮਾਵਾਂ ਭੈਣਾਂ ਤੇ ਸਵਾਣੀਆਂ ਰਾਹੀਂ ਖੂਹਾਂ ਡੇਰਿਆਂ ਵੱਲ ਜਾ ਰਹੇ ਸਨ। ਇਸ ਲਈ ਜਦ ਆਪਣੀ ਪਿੰਡ ਦੀ ਵੱਡੀ ਗਲੀ ਵਿੱਚ ਆਏ ਤਾਂ ਹੁਣ ਉੱਥੇ ਕਾਫੀ ਲੋਕ ਆ ਜਾ ਰਹੇ ਸਨ। ਚਾਚਾ ਹਰਦਿਆਲ ਸਿੰਘ ਸਾਦਾ ਚੋਲਾ ਉਤਾਰ ਕੇ ਆਪਣੇ ਅਸਲੀ ਪਹਿਰਾਵੇ ਵਿੱਚ ਆ ਗਿਆ ਸੀ ਤੇ ਅਜੇ ਤੀਕ ਆਪਣੀ ਰੂਹ ਵਿੱਚ ਹੀ ਇਸ ਪਿੰਡ ਨਾਲ ਜੁੜੀਆਂ ਆਪਣੀਆਂ ਯਾਦਾਂ ਉੱਚੀ ਆਵਾਜ਼ ਵਿੱਚ ਸਜਰੀਆਂ ਕਰ ਰਿਹਾ ਸੀ। ਉਹ ਆਪਣੇ ਜਿਨ੍ਹਾਂ ਪੁਰਾਣੇ ਯਾਰਾਂ ਬੇਲੀਆਂ ਦੇ ਨਾਂ ਲੈ ਕੇ ਕੀਰਨੇ ਪਾ ਰਿਹਾ ਸੀ, ਹੋ ਸਕਦਾ ਹੈ ਉਹਨਾਂ ਵਿੱਚੋਂ ਵੀ ਕੁਝ ਉਸ ਵੇਲੇ ਉਸ ਗਲੀ ਵਿੱਚ ਮੌਜੂਦ ਹੋਣ। ਇਸ ਲਈ ਤਾਂ ਉੱਥੇ ਆ ਖਲੋਤੇ ਕਿੰਨੇ ਬੁੱਢੇ ਬਾਬਿਆਂ ਹੱਥੋਂ ਡੰਗੋਰੀਆਂ ਛੁੱਟੀਆਂ ਤੇ ਕਈ ਮਾਈਆਂ ਆਪਣੇ ਪੱਤੇ ਡੇਕ ਬੈਠੀਆਂ। ਮੈਂ ਉਹਨਾਂ ਦੀ ਗਿਣਤੀ ਨਾ ਕਰ ਸਕਿਆ। ਫੇਰ ਕਿੰਨੇ ਜੱਫੇ ਵੱਜੇ, ਕਿਹਦੀਆਂ ਅੱਖਾਂ ਭਿੱਜੀਆਂ, ਕਿੰਨਿਆਂ ਦੀਆਂ ਡਾਢਾਂ ਹੀ ਨਿਕਲ ਗਈਆਂ। ਮੈਂ ਉਹਦਾ ਹਿਸਾਬ ਵੀ ਨਾ ਰੱਖ ਸਕਿਆ। ਹੁਣ ਚਾਚੇ ਹਰਦਿਆਲ ਸਿੰਘ ਨੂੰ ਸਹਾਰਾ ਦੇਣ ਦੀ ਸਾਨੂੰ ਕੋਈ ਲੋੜ ਨਹੀਂ ਸੀ, ਕਿਉਂ ਜੇ ਇਸ ਕੰਮ ਲਈ ਉਹਦੇ ਆਪਣੇ ਪਿੰਡ ਵਾਲਿਆਂ ਦੀ ਅਣਗਿਣਵੀਆਂ ਬਾਹਾਂ ਆ ਰਲੀਆਂ ਸਨ। ਉਹ ਸਾਰੇ ਸਾਨੂੰ ਇੱਕ ਵੱਡੇ ਜਲੂਸ ਦੇ ਰੂਪ ਵਿੱਚ ਚੌਧਰੀ ਮੁਹੰਮਦ ਹੁਸੈਨ ਦੇ ਘਰ ਲੈ ਗਏ। ਪਿੰਡ ਦੇ ਉਸ ਬੁੱਢੇ ਨੰਬਰਦਾਰ ਨੇ ਵੀ ਚਾਚੇ ਦਾ ਨਿੱਘਾ ਸਵਾਗਤ ਕੀਤਾ। ਰਾਜਗੜ੍ਹ ਵਾਲੇ ਮੈਨੂੰ ਤੇ ਭਾਜੀ ਨੂੰ ਵੀ ਆਪਣੇ ਪਿੰਡ ਦੇ ਪੁਰਾਣੇ ਵਸਨੀਕ ਦਿਆਲੇ ਘੁੰਮਣ ਦੀ ਦਾੜੀ ਕੇਸ ਮੁਨਾਈ ਦਿਸਦੇ ਪੁੱਤਰ ਹੀ ਸਮਝ ਰਹੇ ਸਨ। ਇਸ ਲਈ ਚਾਚੇ ਹਰਦਿਆਲ ਸਿੰਘ ਕੋਲੋਂ ਸੰਗਣ ਵਾਲੀਆਂ ਉਹਦੀਆਂ ਹਾਨਣ ਮਾਈਆਂ ਸਾਨੂੰ ਹੀ ਸਿਰ ਤੇ ਪਿਆਰ ਦੇ ਕੇ ਆਪਣੇ ਚਾਅ ਪੂਰੇ ਕਰ ਰਹੀਆਂ ਸਨ। ਅਸੀਂ ਵੀ ਬਣੌਤਰੀ ਸਿੱਖ ਬਣ ਕੇ ਮੁਫਤ ਮਿਲਦੀ ਇਸ ਮੋਹ ਨੂੰ ਕਿਸੇ ਤੋਹਫੇ ਵਾਂਗੂ ਕਬੂਲ ਕਰ ਰਹੇ ਸਾਂ। ਪਰ ਮਨਪ੍ਰੀਤ ਕੌਰ ਦਾ ਹਾਲ ਮੰਦਾ ਹੋ ਗਿਆ ਸੀ। ਉਹਦੇ ਚੁਫੇਰੇ ਮਾਈਆਂ ਤੋਂ ਛੁੱਟ ਪਿੰਡ ਦੀਆਂ ਜਵਾਨ ਕੁੜੀਆਂ ਤੇ ਬਾਲਾਂ ਬਾਲੜੀਆਂ ਨੇ ਘਣਾ ਕੜਮਸ ਪਾਇਆ ਹੋਇਆ ਸੀ। ਉਸ ਵਿਚਾਰੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਪਿੰਡ ਵਾਲਿਆਂ ਦੇ ਜਜ਼ਬਿਆਂ ਦੇ ਇਸ ਹੜ ਦਾ ਉਹ ਕਿੰਜ ਜਵਾਬ ਦੇਵੇ। ਖੁੱਲ ਕੇ ਵਸ ਰਹੇ ਮੁਹੱਬਤਾਂ ਦੇ ਇਸ ਮੀਂਹ ਵਿੱਚ ਭਿੱਜਦੀ ਉਹ ਮਾੜੀ ਜਿਹੀ ਜਾਨ ਅਸਲੋਂ ਬੇਹਾਲ ਹੋ ਗਈ ਸੀ। ਪਿਆਰਾਂ ਸਲਾਮਾਂ ਤੇ ਜੱਫੀਆਂ ਤੋਂ ਕੁਝ ਵੇਲ ਮਿਲੀ ਤੇ ਪੁਰਾਣੀਆਂ ਗੱਲਾਂ ਛਿੜ ਪਈਆਂ। ਚਾਚੇ ਹਰਦਿਆਲ ਸਿੰਘ ਨੇ ਆਪਣੀ ਬਿਪਤਾ ਸੁਣਾਈ ਤੇ ਅੱਗੋਂ ਪਿੰਡ ਵਾਲੇ ਆਪਣੀ ਕਥਾ ਸੁਣਾਉਣ ਲੱਗ ਪਏ। ਉਹ ਸਾਰੇ ਇਹਨਾਂ ਗੱਲਾਂ ਵਿੱਚ ਹੀ ਰੁੱਝੇ ਹੋਏ ਸਨ ਕਿ ਉਸ ਵੱਡੇ ਘਰ ਤੇ ਬਾਹਰਲੇ ਬੂਹੇ ਕੋਲ ਖਲੋਤੀ ਇੱਕ ਅੱਧ-ਖੜ ਉਮਰ ਦੀ ਜ਼ਨਾਨੀ ਨੂੰ ਮੈਂ ਆਪਣੇ ਵੱਲ ਆਉਣ ਦੀ ਸਹਿਮਤ ਕਰਦੇ ਹੋਏ ਵੇਖਿਆ। ਹੈਰਾਨੀ ਹੋਈ ਕਿ ਉਹ ਮੇਰੇ ਨੇੜੇ ਆਉਣ ਦੀ ਥਾਂ ਮੈਨੂੰ ਆਪਣੇ ਕੋਲ ਕਿਉਂ ਬੁਲਾ ਰਹੀ ਸੀ। ਮੈਂ ਉੱਠ ਕੇ ਉਹਦੇ ਵੱਲ ਟੁਰਿਆ ਤਾਂ ਪਿੰਡ ਦੀ ਇੱਕ ਹੋਰ ਜ਼ਨਾਨੀ ਇਹ ਆਖਦੀ ਮੇਰੇ ਨਾਲ ਟੁਰ ਪਈ, ਇਹ ਸ਼ਦੈਣ ਇਸ ਪਿੰਡ ਦੇ ਹੀ ਇੱਕ ਹਿੰਦੂ ਖਾਨਦਾਨ ਵਿੱਚੋਂ ਹੈ। ਸੁਣਿਆ ਹੈ ਵੰਡ ਵੇਲੇ ਇਹ ਸਰਹੱਦ ਵੱਲ ਜਾਂਦੇ ਕਾਫਲੇ ਵਿੱਚੋਂ ਚੁੱਕੀ ਗਈ ਸੀ, ਫਿਰ ਪਤਾ ਨਹੀਂ ਕਿੱਥੇ ਵਿਕਦੀ ਰਹੀ। ਹੁਣ ਪਿੰਡ ਵਿੱਚ ਪਰਤਿਆਂ ਵੀ ਇਹਨੂੰ 18 ਵਰ੍ਹੇ ਹੋ ਗਏ ਨੇ। ਇਹ ਕਿਸੇ ਸ਼ਹਿਰ ਦੀਆਂ ਗਲੀਆਂ ਵਿੱਚ ਰੁਲਦੀ ਫਿਰਦੀ ਸੀ ਕਿ ਸਾਡੇ ਪਿੰਡ ਦਾ ਇੱਕ ਰੰਡਾ ਇਹਨੂੰ ਇੱਥੇ ਲੈ ਆਇਆ। ਪਹਿਲਾਂ ਤਾਂ ਉਹਨੇ ਇੰਜੇ ਹੀ ਇਹਨੂੰ ਆਪਣੇ ਘਰ ਰੱਖਿਆ, ਫਿਰ ਲੋਕਾਂ ਦੀ ਆਖਤ ਤੇ ਮੁਸਲਮਾਨ ਕਰਕੇ ਉਹਨੇ ਇਹਦੇ ਨਾਲ ਨਿਕਾਹ ਕਰ ਲਿਆ। ਪਿੰਡ ਵਿੱਚ ਇਹਦਾ ਨਾਂ ਮਾਈ ਲੱਭੋ ਪੈ ਗਿਆ ਹੈ। ਕਦੇ ਤਾਂ ਇਹ ਇੱਥੇ ਦੇ ਇੱਕ ਖਾਂਦੇ ਪੀਂਦੇ ਘਰ ਦੀ ਪੜ੍ਹੀ ਲਿਖੀ ਕੁੜੀ ਸੀ, ਪਰ ਹੁਣ ਤਾਂ ਉਹ ਉੱਕਾ ਹੀ ਕੰਬਲੀ ਹੋ ਗਈ ਹੈ। ਰੋਜ਼ ਸ਼ਾਮ ਨੂੰ ਬਨੇਰੇ ਕੋਲ ਬਹਿ ਕੇ ਚੜ੍ਹਦੇ ਵੱਲ ਜਾਂਦੀਆਂ ਹਵਾਵਾਂ ਨਾਲ ਗੱਲਾਂ ਕਰਦੀ ਰਹਿੰਦੀ ਹੈ।
ਇੱਕ ਤਾਰ ਬੋਲੀ ਜਾਂਦੀ ਉਹ ਜ਼ਨਾਨੀ ਅਜੇ ਹੋਰ ਵੀ ਬਹੁਤ ਕੁਝ ਦੱਸਣਾ ਚਾਹੁੰਦੀ ਸੀ, ਪਰ ਹੌਲੀ-ਹੌਲੀ ਟੁਰਦੇ ਵੀ ਹੁਣ ਅਸੀਂ ਮਾਈ ਲੱਭੋ ਦੇ ਬਿਲਕੁਲ ਨੇੜੇ ਪੁੱਜ ਗਏ ਸਾਂ। ਇਸ ਲਈ ਉਹ ਚੁੱਪ ਕਰਕੇ ਪਿਛਾਂਹ ਹੀ ਪਰਤ ਗਈ। ਮੈਂ ਮਨ ਬਣਾਇਆ ਸੀ ਕਿ ਮਾਈ ਲੱਭੋ ਨੂੰ ਚਾਚੇ ਹਰਦਿਆਲ ਸਿੰਘ ਨਾਲ ਮਿਲਾਵਾਂਗਾ। ਉਹਦੇ ਬਾਰੇ ਸੁਣ ਕੇ ਮੈਨੂੰ ਖਿਆਲ ਆਇਆ ਸੀ ਕਿ ਚਾਚਾ ਉਹਨੂੰ ਜ਼ਰੂਰ ਪਛਾਣ ਲਵੇਗਾ, ਪਰ ਮੇਰੇ ਨਾਲ ਅੰਦਰ ਆਉਣ ਦੀ ਥਾਂ ਮਾਈ ਲੱਭੋ ਨੇ ਮੇਰੀ ਬਾਂਹ ਘੁੱਟ ਕੇ ਫੜ ਲਈ ਤੇ ਖਿੱਚਦੀ ਹੋਈ ਮੈਨੂੰ ਆਪਣੇ ਘਰ ਲੈ ਗਈ। ਉਹਦੀ ਮਾੜੀ ਜਿਹੀ ਕੁੱਲੀ ਵੀ ਉਸੇ ਬੰਦ ਗਲੀ ਵਿੱਚ ਹੀ ਸੀ। ਅਜੇ ਤੀਕ ਉਹਨੇ ਕੋਈ ਅਜਿਹੀ ਹਰਕਤ ਨਹੀਂ ਸੀ ਕੀਤੀ ਜਿਹਦੇ ਤੋਂ ਉਹਦੀ ਦਿਮਾਗੀ ਹਾਲਤ ਉੱਤੇ ਸ਼ੱਕ ਕੀਤਾ ਜਾ ਸਕੇ। ਤੂੰ ਦਿਆਲੇ ਘੁੰਮਣ ਦਾ ਹੀ ਪੁੱਤਰ ਹੈ ਨਾ? ਮੈਨੂੰ ਮੰਜੀ ਉੱਤੇ ਬਹਾ ਕੇ ਤੇ ਆਪ ਨਾਲ ਬਹਿੰਦੇ ਹੋਏ ਉਹਨੇ ਪਹਿਲਾ ਸਵਾਲ ਕੀਤਾ। ਆਹੋ, ਮੇਰਾ ਬਾਪ ਘੁੰਮਣ ਹੀ ਹੈ, ਮੈਂ ਸੋਚ ਕੇ ਜਵਾਬ ਦਿੱਤਾ। ਰੋਟੀ ਖਾਏਗਾ? ਨਹੀਂ। ਕਿਉਂ? ਬਸ ਇੰਜੇ। ਅੱਛਾ, ਸਮਝ ਗਈ। ਤੂੰ ਮੇਰੇ ਹੱਥ ਦੀ ਪੱਕੀ ਰੋਟੀ ਨਹੀਂ ਖਾਣਾ ਚਾਹੁੰਦਾ। ਉਹਨਾਂ ਆਪਣੇ ਵੱਲੋਂ ਮੈਨੂੰ ਮੁਸਲਮਾਨ ਜੋ ਕਰ ਲਿਆ ਸੀ। ਇਹ ਆ ਕੇ ਉਹ ਪਹਿਲੀ ਵਾਰ ਪਾਗਲਾਂ ਵਾਲਾ ਹਾਸਾ ਹੱਸੀ ਤੇ ਫਿਰ ਇੱਕਦਮ ਚੁੱਪ ਹੋ ਗਈ। ਹੁਣ ਉਹਨੇ ਆਪਣੀ ਧੌਣ ਅਕੜਾ ਲਈ ਸੀ ਤੇ ਉਹ ਹੰਕਾਰ ਭਰੇ ਲਹਿਜੇ ਵਿੱਚ ਬੋਲੀ, ਮੁੰਡਿਆ, ਮੈਨੂੰ ਕੋਈ ਐਵੇਂ ਜਿਹੀ ਜਨਾਨੀ ਨਾ ਸਮਝੀ। ਇਹ ਜਿਹੜੇ ਹੁਣ ਇੱਥੇ ਚੌਧਰੀ ਬਣੇ ਫਿਰਦੇ ਨੇ, ਉਹ ਕਦੇ ਮੇਰੇ ਪਿਤਾ ਜੀ ਦੇ ਗੁਦਾਮਾਂ ਵਿੱਚ ਬੋਰੀਆਂ ਚੁੱਕਦੇ ਹੁੰਦੇ ਸਨ। ਇਹ ਦੱਸਦਿਆਂ ਉਹਦੇ ਬੋਲਾਂ ਵਿੱਚ ਅੰਤਾ ਦੀ ਕੌੜ ਭਰ ਗਈ ਸੀ। ਉਹਨੇ ਮੇਰੀ ਬਾਂਹ ਫੜ ਕੇ ਜ਼ੋਰ ਦੀ ਝੂਣਾ ਮਾਰਿਆ ਤੇ ਆਖਣ ਲੱਗੀ, ਤੂੰ ਸਮਝਣਾ ਹੈ ਕਿ ਮੇਰੇ ਹੱਥ ਲੱਗਣ ਨਾਲ ਰੋਟੀ ਪਿੱਟੀ ਜਾਵੇਗੀ? ਤੈਨੂੰ ਕੀ ਪਤਾ ਹੈ ਕਿ ਸਾਡੇ ਪਰਿਵਾਰ ਵਾਲੇ ਛੂਤ ਛਾਤ ਉੱਤੇ ਕਿੰਨਾ ਵਿਸ਼ਵਾਸ ਰੱਖਦੇ ਸਨ? ਕਿਸੇ ਭ੍ਰਿਸ਼ਟ ਕੋਲੋਂ ਖਾਣ ਵਾਲੀ ਸ਼ੈ ਲੈਣਾ ਤਾਂ ਦੂਰ ਦੀ ਗੱਲ ਏ। ਮੇਰੇ ਮਾਤਾ ਜੀ ਜਦ ਮੰਦਰ ਵੱਲ ਜਾਂਦੇ ਸਨ, ਉਹਨਾਂ ਦੇ ਪਰਛਾਵੇਂ ਉੱਤੇ ਵੀ ਜਦ ਕਿਸੇ ਮੁਸਲੇ ਦਾ ਪੈਰ ਆ ਜਾਂਦਾ ਸੀ ਤੇ ਉਹ ਵਾਪਸ ਘਰ ਆ ਕੇ ਦੁਬਾਰਾ ਇਸ਼ਨਾਨ ਕਰਕੇ ਹੀ ਪੂਜਾ ਕਰਨ ਜਾਂਦੇ ਸਨ। ਇੱਥੇ ਪੁੱਜ ਕੇ ਉਹਦੀਆਂ ਅੱਖਾਂ ਵਿੱਚ ਦੁੱਖ ਦੇ ਪਰਛਾਵੇਂ ਹਿੱਲਣ ਲੱਗ ਪਏ ਸਨ ਤੇ ਹੁਣ ਜਦ ਉਹ ਬੋਲੀ ਤਾਂ ਉਹਦੀ ਆਵਾਜ਼ ਪੀੜ ਨਾਲ ਭਰੀ ਹੋਈ ਸੀ। ਪਰ ਮੇਰੇ ਮਾਤਾ ਪਿਤਾ ਨੂੰ ਕੀ ਪਤਾ ਸੀ ਕਿ ਉਹਨਾਂ ਦੀ ਲਾਡਲੀ ਧੀ ਨੂੰ ਕਿੰਨੇ ਕੁ ਮੁਸਲਮਾਨਾਂ ਦੇ ਘਰਾਂ ਦੀ ਰੋਟੀ ਖਾਣੀ ਪਵੇਗੀ। ਉਹ ਬਾਲਾਂ ਵਾਂਗ ਹਟਕੋਰੇ ਲੈ ਲੈ ਕੇ ਰੋ ਰਹੀ ਸੀ। ਫੇਰ ਰੋਂਦੇ ਰੋਂਦੇ ਹੀ ਬੋਲੀ, ਸਾਡਿਆਂ ਵੱਡਿਆਂ ਇਹਨਾਂ ਤੋਂ ਰੋਟੀ ਵੱਖ ਕੀਤੀ ਰੱਖੀ ਤੇ ਇਹਨਾਂ ਉਹਨਾਂ ਕੋਲੋਂ ਦੇਸ ਹੀ ਵੱਖ ਕਰ ਲਿਆ। ਇਹ ਸੁਣ ਕੇ ਤਾਂ ਮੈਂ ਤੜਫ ਉੱਠਿਆ ਸਾਂ। ਜਿਹੜਾ ਆਖਦਾ ਹੈ ਕਿ ਮਾਂ ਲੱਭੋ ਚੱਲੀ ਏ, ਉਹ ਆਪ ਚੱਲਾ ਹੋਵੇਗਾ, ਮੈਂ ਸੋਚ ਰਿਹਾ ਸਾਂ। ਝੱਟ ਵਿੱਚ ਹੀ ਰੋਣਾ ਬੰਦ ਕਰਕੇ ਮਾਈ ਲੱਭੋ ਨੇ ਆਪਣੇ ਅਥਰੂ ਪੂੰਝ ਲਏ ਤੇ ਫੇਰ ਮੈਂ ਉਹਨੂੰ ਆਖਦੇ ਸੁਣਿਆ, ਰੋਟੀ ਖਾਣ ਨੂੰ ਰੂਹ ਨਹੀਂ ਕਰਦਾ ਤੇ ਆ ਮੈਂ ਤੈਨੂੰ ਆਪਣੇ ਖੂਹ ਤੇ ਲੈ ਜਾਨੀ ਆ। ਤੂੰ ਆਪ ਸਾਡੀ ਮੱਝ ਚੋ ਕੇ ਉਹਦਾ ਦੁੱਧ ਪੀ ਲਈ। ਮੁਸਲਮਾਨਾਂ ਦੇ ਹੱਥੋਂ ਪੱਠੇ ਖਾ ਕੇ ਮੱਝਾਂ ਤੇ ਮੁਸਲਮਾਨ ਨਹੀਂ ਹੋ ਜਾਂਦੀਆਂ ਨਾ। ਸ਼ੁਦੈਣ ਦੀਆਂ ਇਹ ਗੱਲਾਂ ਤੇ ਮੈਨੂੰ ਵੀ ਸ਼ੁਦਾਈ ਕਰੀ ਜਾ ਰਹੀਆਂ ਸਨ। ਮਾਈ ਲੱਭੋ ਕੋਲੋਂ ਰੋਟੀ ਖਾ ਕੇ ਮੈਂ ਵਾਪਸ ਚੌਧਰੀ ਮੁਹੰਮਦ ਹੁਸੈਨ ਦੇ ਘਰ ਅੱਪੜਿਆ ਤੇ ਉਹ ਵੇਖ ਕੇ ਖੁਸ਼ ਹੋ ਗਿਆ ਕਿ ਉੱਥੇ ਹੁਣ ਹਰ ਪਾਸੇ ਹਾਸੇ ਉੱਬਲ ਪੈ ਰਹੇ ਸਨ। ਉੱਥੇ ਇਕੱਠੇ ਹੋਏ ਲੋਕ ਹੁਣ ਬੋਲਣ ਦੇ ਨਾਲ ਕੁਝ ਨਾ ਕੁਝ ਖਾ ਪੀ ਰਹੇ ਸਨ। ਅਸਲ ਵਿੱਚ ਉਹ ਸਾਰੀਆਂ ਬੀਬੀਆਂ ਜਿਹੜੀਆਂ ਪੱਤੇ ਲੈ ਕੇ ਖੂਹਾਂ ਡੇਰਿਆਂ ਵੱਲ ਜਾਵਣ ਲਈ ਘਰੋਂ ਨਿਕਲੀਆਂ ਸਨ, ਉਹਨਾਂ ਸੁਨੇਹੇ ਘੱਲ ਕੇ ਪਿੰਡ ਤੋਂ ਨੇੜੇ ਦੀਆਂ ਜ਼ਮੀਨਾਂ ਵਿੱਚ ਕੰਮ ਕਰਦੇ ਆਪਣੇ ਲੱਗਦੇ ਲਾਣਿਆਂ ਨੂੰ ਵੀ ਉੱਥੇ ਹੀ ਬੁਲਾ ਲਿਆ ਸੀ। ਅਜਿਹੀਆਂ ਬੀਬੀਆਂ ਦੀ ਖਾਹਿਸ਼ ਸੀ ਕਿ ਹਰਦਿਆਲ ਸਿੰਘ ਜਾਂ ਉਹਦੇ ਪਰਿਵਾਰ ਵਿੱਚੋਂ ਕੋਈ ਜੀ ਉਹਨਾਂ ਦੇ ਪੱਤੇ ਵਿੱਚੋਂ ਥੋੜਾ ਬਹੁਤ ਜ਼ਰੂਰ ਖਾਏ। ਉਹਨਾਂ ਦੀ ਵੇਖਾ ਵੇਖੀ ਪਿੰਡ ਦੀਆਂ ਹੋਰ ਬੀਬੀਆਂ ਵੀ ਆਪਣੇ ਘਰਾਂ ਤੋਂ ਖਾਣ ਪੀਣ ਦੀਆਂ ਸ਼ੈਆਂ ਲੈ ਕੇ ਉੱਥੇ ਆ ਗਈਆਂ ਸਨ। ਚੌਧਰੀ ਮੁਹੰਮਦ ਹੁਸੈਨ ਦੇ ਆਪਣੇ ਘਰ ਵਾਲੇ ਵੀ ਇਸ ਸੇਵਾ ਵਿੱਚ ਸ਼ਾਮਲ ਹੋ ਚੁੱਕੇ ਸਨ। ਭਲਾ ਉਹ 2-3 ਪ੍ਰਾਹੁਣੇ ਆਪਣੇ ਲੋਕਾਂ ਵਿੱਚ ਕਿਸ ਤਰ੍ਹਾਂ ਪੂਰੇ ਆ ਸਕਦੇ ਸਨ? ਬਹੁਤੇ ਖਾਣਿਆਂ ਵਿੱਚੋਂ ਉਹ ਸਿਰਫ ਇੱਕ ਬੁਰਕੀ ਲੈ ਕੇ ਹੀ ਲੋਕਾਂ ਨੂੰ ਰਾਜ਼ੀ ਕਰ ਰਹੇ ਸਨ। ਮੈਂ ਵੇਖਿਆ ਕਿ ਖਾਸ ਕਰਕੇ ਜਿਹਦੇ ਪੱਤੇ ਨੂੰ ਚਾਚਾ ਹਰਦਿਆਲ ਸਿੰਘ ਹੱਥ ਲਾਂਦਾ ਸੀ, ਉਹਨੂੰ ਲਿਆਉਣ ਵਾਲੀ ਬੀਬੀ ਦਾ ਮੁੱਖ ਚਾਹ ਨਾਲ ਇੰਜ ਲਾਲ ਹੋ ਜਾਂਦਾ ਸੀ ਜਿਵੇਂ ਚਿਰਾਂ ਮਗਰੋਂ ਕਿਸੇ ਤੱਤੀ ਭੈਣ ਨੂੰ
ਉਹਦਾ ਵਿਛੜਿਆ ਵੀਰ ਅਚਾਨਕ ਮਿਲਿਆ ਹੋਵੇ। ਰਾਜਗੜ੍ਹੋਂ ਪਰਤਣ ਤੋਂ ਪਹਿਲਾਂ ਚਾਚੇ ਹਰਦਿਆਲ ਸਿੰਘ ਨੇ ਇੱਕ ਵਾਰ ਫੇਰ ਆਪਣਾ ਜੱਦੀ ਘਰ ਵੇਖਣ ਦੀ ਰੀਤ ਦੱਸੀ ਤਾਂ ਐਤਕੀ ਸਾਰਾ ਪਿੰਡ ਹੀ ਉਹਦੇ ਨਾਲ ਟੁਰ ਪਿਆ। ਉੱਥੇ ਪੁੱਜ ਕੇ ਘਰ ਦੀਆਂ ਕੁਝ ਪੁਰਾਣੀਆਂ ਵਸਤਾਂ ਪਛਾਣ ਕੇ ਚਾਚਾ ਹਰਦਿਆਲ ਸਿੰਘ ਫੇਰ ਜਜ਼ਬਾਤੀ ਹੋਣ ਲੱਗਾ। ਪਰ ਹੁਣ ਆਪਣੇ ਆਲੇ ਦੁਆਲੇ ਇੰਨੇ ਸਾਰੇ ਭੈਣਾਂ ਭਰਾਵਾਂ ਤੇ ਭਤੀਜੇ ਭਤੀਜੀਆਂ ਦੇ ਹੁੰਦੇ ਹੋਏ ਉਹਨੇ ਆਪਣਾ ਹੌਸਲਾ ਬੰਨੀ ਰੱਖਿਆ। ਉਸ ਘਰ ਵਿੱਚ ਮੁਹਾਜਰ ਹੋ ਕੇ ਆ ਵਸੇ ਦੋਵੇਂ ਭਰਾ ਤੇ ਉਹਨਾਂ ਦਾ ਬਾਲ ਬੱਚਾ ਵੀ ਬੜੇ ਅਦਬ ਨਾਲ ਚਾਚੇ ਨੂੰ ਮਿਲਿਆ। ਉਹਨਾਂ ਦੋਵਾਂ ਭਰਾਵਾਂ ਬਾਰੇ ਦੱਸੀਆਂ ਗਈਆਂ ਗੱਲਾਂ ਸੱਚ ਹੀ ਹੋਣਗੀਆਂ, ਪਰ ਉਸ ਵੇਲੇ ਤਾਂ ਉਹ ਵਿਚਾਰੇ ਮੈਨੂੰ ਸਿੱਧੇ ਜਿਹੇ ਹਲਵਾਊ ਹੀ ਜਾਪਦੇ ਸਨ। ਸਗੋਂ ਜਦ ਉਹ ਚਾਚੇ ਹਰਦਿਆਲ ਸਿੰਘ ਕੋਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਉਸ ਪਿੰਡ ਬਾਰੇ ਡਾਢੀ ਸਿੱਕ ਨਾਲ ਪੁੱਛਣ ਡੈ ਪਏ ਜਿਹੜਾ ਉਹਨਾਂ ਨੂੰ ਛੱਡ ਕੇ ਇੱਥੇ ਆਉਣਾ ਪਿਆ, ਤਾਂ ਮੈਨੂੰ ਚਿੱਟੇ ਵਾਲਾਂ ਵਾਲੇ ਉਹਨਾਂ ਭਰਾਵਾਂ ਉੱਤੇ ਵੀ ਤਰਸ ਜਾ ਆਉਣ ਲੱਗ ਪਿਆ। ਰਾਜਗੜ੍ਹ ਦੀਆਂ ਗਲੀਆਂ ਵਿੱਚ ਚਾਚੇ ਹਰਦਿਆਲ ਸਿੰਘ ਨਾਲ ਫਿਰਦਿਆਂ ਟੁਰਦਿਆਂ ਕਈ ਵਾਰ ਮੇਰਾ ਦਿਲ ਕੀਤਾ ਕਿ ਮੈਂ ਉਹਨੂੰ ਮਾਈ ਲੱਭੋ ਬਾਰੇ ਦੱਸਾਂ, ਪਰ ਹਰ ਵਾਰ ਮਾਈ ਲੱਭੋ ਅੱਗੇ ਚੁੱਕੀ ਸਹੁੰ ਮੇਰਾ ਮੂੰਹ ਬੰਦ ਕਰ ਦਿੰਦੀ। ਉਹ ਖੌਰੇ ਆਪਣੀ ਇਸ ਹਾਲਤ ਤੋਂ ਕਿੰਨੀ ਸ਼ਰਮਸਾਰ ਸੀ ਕਿ ਬਹੁਤ ਦਿਲ ਚਾਹੁੰਦੇ ਹੋਏ ਵੀ ਉਹ ਹਰਦਿਆਲ ਸਿੰਘ ਜਾਂ ਕਿਸੇ ਵੀ ਪੁਰਾਣੇ ਜਾਣੂ ਅੱਗੇ ਆਪਣਾ ਜ਼ਾਹਿਰ ਨਹੀਂ ਸੀ ਕਰਨਾ ਚਾਹੁੰਦੀ। ਇਸੇ ਗੱਲ ਦੀ ਉਹਨੇ ਮੇਰੇ ਕੋਲੋਂ ਸਹੁੰ ਲੈ ਲਈ ਸੀ। ਵਾਪਸੀ ਵੇਲੇ ਸ਼ਾਮ ਪੈ ਰਹੀ ਸੀ। ਉਹ ਲੋਕ ਸਾਨੂੰ ਵਿਦਿਆ ਕਰਨ ਲਈ ਪਿੰਡੋਂ ਬਾਹਰ ਤੀਕ ਆਏ। ਮੈਂ ਭਾ ਜੀ ਦੇ ਨਾਲ ਕਾਰ ਵਿੱਚ ਆ ਬੈਠਾ ਸਾਂ, ਪਰ ਚਾਚਾ ਹਰਦਿਆਲ ਸਿੰਘ ਤੇ ਮਨਪ੍ਰੀਤ ਕੌਰ ਅਜੇ ਵੀ ਲੋਕਾਂ ਵਿੱਚ ਫਸੇ ਹੋਏ ਸਨ। ਚਾਚੇ ਦੀ ਤਾਂ ਇਹਨਾਂ ਸਾਰਿਆਂ ਨਾਲ ਪੁਰਾਣੀ ਸਾਂਝ ਸੀ, ਪਰ ਅਸਾਂ ਹੈਰਾਨ ਹੋ ਕੇ ਵੇਖਿਆ ਕਿ ਮਨਪ੍ਰੀਤ ਕੌਰ ਵੀ ਆਪਣੀਆਂ ਨਵੀਆਂ ਬਣੀਆਂ ਸਹੇਲੀਆਂ ਨੂੰ ਕੁੱਟ-ਕੁੱਟ ਕੇ ਮਿਲ ਰਹੀ ਸੀ। ਉਹਨਾਂ ਵਿੱਚੋਂ ਬਹੁਤ ਸਾਰੀਆਂ ਕੁੜੀਆਂ ਆਪਣੇ ਮੱਥਿਆਂ ਉੱਤੇ ਬਿੰਦੀਆਂ ਸਜਾਈਆਂ ਹੋਈਆਂ ਸਨ। ਮਨਪ੍ਰੀਤ ਕੌਰ ਪਤਾ ਨਹੀਂ ਕਦੋਂ ਆਪਣੇ ਪਰਸ ਵਿੱਚੋਂ ਇਹ ਬਿੰਦੀਆਂ ਕੱਢ-ਕੱਢ ਕੇ ਉਹਨਾਂ ਵਿੱਚ ਵਰਤਾਉਂਦੀ ਰਹੀ ਸੀ। ਇਹ ਨਿੱਘ ਪਿਆਰ ਵੇਖਦੇ ਹੋਏ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਤੇ ਮੇਰੇ ਮਨ ਉੱਤੇ ਉਦਾਸੀ ਜਿਹੀ ਛਾ ਗਈ। ਭਾਜੀ ਬਾਹਰ ਵੇਖਦੇ ਹੋਏ ਬੋਲੇ, ਇਸ ਪਿੰਡ ਵਿੱਚ ਆ ਕੇ ਚਾਚਾ ਹਰਦਿਆਲ ਸਿੰਘ ਜਿੰਨਾ ਰਾਜ਼ੀ ਹੋਇਆ ਹੈ, ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਕੋਈ ਬੰਦਾ ਇੰਨਾ ਖੁਸ਼ ਹੋਇਆ ਨਹੀਂ ਵੇਖਿਆ। ਉਸ ਵੇਲੇ ਹੀ ਖੌਰੇ ਭਾਜੀ ਦੀ ਨਜ਼ਰ ਮੇਰੇ ਉੱਤੇ ਪਈ ਤੇ ਉਹ ਹੈਰਾਨ ਹੋਏ ਬੋਲੇ, ਤੈਨੂੰ ਫਿਰ ਉਹ ਚੁੱਪ ਲੱਗ ਗਈ? ਦੱਸ ਹੁਣ ਕੀ ਗੱਲ ਹੈ? ਨਹੀਂ ਕੋਈ ਗੱਲ ਨਹੀਂ, ਇਹ ਆਖ ਕੇ ਮੈਂ ਭਾਜੀ ਦਾ ਸਵਾਲ ਤੇ ਟਾਲ ਦਿੱਤਾ। ਪਰ ਸੱਚੀ ਗੱਲ ਹੈ, ਚਾਚੇ ਹਰਦਿਆਲ ਸਿੰਘ ਨੂੰ ਉਹਦਾ ਪਿੰਡ ਵਿਖਾ ਕੇ ਮਿਲੀ ਖੁਸ਼ੀ ਦੇ ਵਿਚਕਾਰ ਜੋ ਨਵਾਂ ਫੱਟ ਮੇਰੇ ਸੀਨੇ ਤੇ ਲੱਗਾ ਸੀ, ਉਹਦੇ ਵਿੱਚੋਂ ਵੀ ਹੁਣ ਹੌਲੀ-ਹੌਲੀ ਰੱਤ ਸਿਮਣ ਲੱਗ ਪਈ ਸੀ। ਚਾਚੇ ਹਰਦਿਆਲ ਸਿੰਘ ਦਾ ਤਸੱਲੀ ਭਰਿਆ ਚਿਹਰਾ ਵੇਖ ਕੇ ਮੈਂ ਹਿੰਦੂ ਮਾਪਿਆਂ ਦੀ ਉਸ ਜ਼ੋਰੀ ਉਧਾੜੀ ਗਈ ਧੀ ਬਾਰੇ ਸੋਚਣ ਲੱਗ ਪਿਆ ਸਾਂ, ਜਿਹਨੂੰ ਉਹਦੇ ਅਸਲ ਵਾਰਿਸ ਵੀ ਭੁਲਾ ਬੈਠੇ ਹੋਣਗੇ। ਉਹ ਜਿਹੜੀ ਹੁਣ ਮਾਈ ਲੱਭੋ ਬਣ ਕੇ ਬੰਦ ਗਲੀ ਅੰਦਰ ਜੀਵਨ ਹੰਢਾ ਰਹੀ ਹੈ ਤੇ ਰੋਜ਼ ਸ਼ਾਮ ਨੂੰ ਬਨੇਰੇ ਕੋਲ ਬਹਿ ਕੇ ਚੜ੍ਹਦੇ ਵੱਲ ਜਾਂਦੀਆਂ ਹਵਾਵਾਂ ਨਾਲ ਗੱਲਾਂ ਕਰਦੀ ਰਹਿੰਦੀ ਹੈ। ਮੇਰੀ ਸੋਚ ਦੀ ਸੂਈ ਇੱਥੇ ਆ ਕੇ ਰੁਕ ਗਈ ਸੀ ਕਿ ਉਸ ਕਰਮਾਂ ਮਾਰੀ ਦੇ ਮਨ ਨੂੰ ਕਿਵੇਂ ਤਸੱਲੀ ਮਿਲੇਗੀ।